3 ਵੱਡੇ ਸ਼ਹਿਰ ਜਿਨ੍ਹਾਂ ਦੇ ਵਿੱਚ ਮੈਟਰੋ ਟ੍ਰੇਨ ਦੀ ਸੁਵਿਧਾ ਸ਼ੁਰੂ ਹੋ ਸਕਦੀ ਹੈ। ਕੀ ਪੂਰਾ ਪ੍ਰੋਜੈਕਟ? ਮੋਹਾਲੀ ਇੱਕ ਸ਼ੋਕੇਸ ਵਿੰਡੋ ਹੈ ਪੰਜਾਬ ਦੀ। ਲੁਧਿਆਣਾ ਇੰਡਸਟਰੀਅਲ ਟਾਊਨ ਹੈ, ਬੜਾ ਕੰਜਸਟਡ ਹੋ ਚੁੱਕਿਆ। ਅੰਮ੍ਰਿਤਸਰ ਗੁਰੂ ਸਾਹਿਬ ਦੀ ਨਗਰੀ ਹੈ ਤੇ 1 ਲੱਖ ਸ਼ਰਧਾਲੂ ਉੱਥੇ ਹਰ ਮਹੀਨੇ ਹਰ ਰੋਜ਼ ਆਉਂਦਾ। ਇਹਦੇ ਵਿੱਚ ਸਾਡੀ ਕੋਸ਼ਿਸ਼ ਹੈ ਔਰ ਅਸੀਂ ਇਹਦੇ ਉੱਪਰ ਕੰਮ ਕਰ ਰਹੇ ਹਾਂ ਕਿ ਇੱਕ ਇਹਦੀ ਫੀਜ਼ੀਬਿਲਿਟੀ ਸਟੱਡੀ ਹੈ ਜਿਹੜੀ ਉਹ ਕਰਵਾਈ ਜਾਵੇ। ਉਹਦੇ ਵਾਸਤੇ ਅਸੀਂ ਰਾਈਟਸ ਕੰਪਨੀ ਨੂੰ, ਸਾਡਾ ਡਿਪਾਰਟਮੈਂਟ ਹੈ ਜਿਹੜਾ ਰਾਈਟਸ ਆਰਗੇਨਾਈਜੇਸ਼ਨ ਹੈ ਸੈਂਟਰਲ ਗਵਰਨਮੈਂਟ ਦੀ, ਉਹ ਇਹ ਫੀਜ਼ੀਬਿਲਿਟੀ ਸਰਟੀਫਿਕੇਟ ਸਰਵੇ ਕੰਡਕਟ ਕਰਨ ਦੇ ਲਈ ਅਸੀਂ ਉਹਨਾਂ ਨੂੰ ਲਿਖ ਰਹੇ ਹਾਂ। ਸਾਡੀ ਇੱਛਾ ਹੈ, ਸਾਡੀ ਵਿਸ਼ਫੁਲ ਥਿੰਕਿੰਗ ਹੈ ਕਿ ਇਹ ਪੂਰਾ ਹੋ ਸਕੇ, ਪਰ ਇਹ ਟੋਟਲੀ ਡਿਪੈਂਡ ਕਰੂਗਾ ਉਹਨਾਂ ਦੀ ਫੀਜ਼ੀਬਿਲਿਟੀ ਰਿਪੋਰਟ ਦੇ ਉੱਪਰ। ਸਰਕਾਰ ਦੀ ਸ਼ਹਿ ਤੋਂ ਬਿਨਾ ਇੱਕ ਚਿੜੀ ਨਹੀਂ ਪਰ ਮਾਰ ਸਕਦੀ। ਇਲੀਗਲ ਕਲੋਨੀਆਂ ਇੰਨੀਆਂ ਕੁ ਘਟ ਗਈਆਂ 14,000 ਕਿ ਜਿਹਦੇ ਨਾਲ ਲੱਖਾਂ ਲੋਕਾਂ ਦਾ ਝੂਨਾ ਜਿਹੜਾ ਉਹ ਲੱਗਿਆ। ਕਾਨੂੰਨ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਨੇ ਤੇ ਲੀਡਰਾਂ ਨੇ ਇਹੋ ਜਿਹੇ ਬਣਾਤੇ ਕਿ ਪੂਡਾ ਨੇ ਆਪਦੀਆਂ ਕਲੋਨੀਆਂ ਕੱਟਣੀਆਂ ਉਹ ਬੰਦ ਕਰ ਦਿੱਤੀਆਂ। ਜਿਹੜੇ ਅਫੋਰਡੇਬਲ ਹਾਊਸਿੰਗ ਦੀ ਇੱਕ ਪਾਲਿਸੀ ਸੀਗੀ ਉਹਦੇ ਉੱਪਰ ਉਹਨੂੰ ਇੰਨਾ ਕੁ ਸਟ੍ਰਿੰਜੈਂਟ ਕਰ ਦਿੱਤਾ ਕਿ ਲੋਕ ਉਸ ਪਾਸੇ ਰਾਹ ਨਹੀਂ ਗਏ ਹੈਗੇ। ਜਦੋਂ ਨੋਟਾਂ ਤੇ ਵੋਟਾਂ ਲੈਣ ਦਾ ਟਾਈਮ ਹੁੰਦਾ ਸੀਗਾ ਉਹ ਲੈ ਕੇ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੇ ਸੀਗੇ। ਜਿਹੜਾ ਬੰਦਾ ਅੱਜ ਤੁਸੀਂ ਲੀਗਲ ਕਾਲੋਨੀ ਅਪਰੂਵਡ ਕਾਲੋਨੀ ਕੱਟ ਰਹੇ ਹੋ ਉਹਨੂੰ ਵੀ ਇਲੀਗਲ ਵਾਲੇ ਰਾਹ ਹੈ ਜਿਹੜਾ ਉਹ ਸਰਕਾਰਾਂ ਨੇ ਚਾੜ ਦਿੱਤਾ। ਇਹ ਸਾਰੇ ਮੈਸਅਪ ਨੂੰ ਵਾਈਂਡ ਅਪ ਕਰਨ ਦੇ ਵਿੱਚ, ਸਹੀ ਕਰਨ ਦੇ ਵਿੱਚ ਥੋੜ੍ਹਾ ਸਮਾਂ ਸਾਨੂੰ ਲੱਗ ਰਿਹਾ ਹੈ। ਪਰ ਅੱਗੇ ਵਾਸਤੇ ਜੇ ਕਿਸੇ ਨੇ ਅਨਅਪਰੂਵਡ ਇਲੀਗਲ ਕਲੋਨੀ ਕੱਟਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਉਹ 'ਚ ਸੇਲ ਪਰਚੇਜ਼ ਕਰਨ ਦੀ ਕੋਸ਼ਿਸ਼ ਕਰਕੇ ਕੁਝ ਬਣਾਉਣ ਦੀ, ਇਲੀਗਲ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਹੋਊਗੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਐਲੀਗੇਸ਼ਨ ਲੱਗੇ ਕਿ ਉਹਨਾਂ ਨੇ ਸਰਕਾਰੀ ਫੰਡ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਪੁੱਤ ਦੇ ਵਿਆਹ ਦੇ ਵਿੱਚ ਸਰਕਾਰੀ ਪੈਸਾ ਜਿਹੜਾ ਉਹ ਲਾਇਆ। ਇਸ ਮਾਮਲੇ ਨੂੰ ਕਿੱਦਾਂ ਦੇਖਦੇ? ਦੇਖੋ, ਬਹੁਤ ਅਨਫੋਰਚੂਨੇਟ ਹੈ ਜੀ, ਬਹੁਤ ਹਲਕੀ ਜੀ ਔਰ ਘਟੀਆ ਜੀ ਸੋਚ ਹੋ ਸਕਦੀ ਹੈ ਇਹ ਵੀ ਤੁਸੀਂ ਆਪਦੇ ਪੁੱਤਾਂ ਭਤੀਜਿਆਂ ਦੇ ਵਿਆਹਾਂ ਦੇ ਉੱਪਰ ਵੀ ਜੇ ਸਰਕਾਰੀ ਖਰਚੇ, ਸਰਕਾਰੀ ਤੰਤਰ ਨੂੰ ਯੂਜ਼ ਕਰੋਗੇ। ਜੇ ਇਹੋ ਜਿਹਾ ਕੀਤਾ ਤੇ ਉਹ ਅਪਰੂਵ ਹੋ ਗਿਆ ਤੇ ਫਿਰ ਹੀਲ ਫੇਸ ਦਾ ਮਿਊਜ਼ਿਕ, ਇਹ ਕੋਈ ਤਰੀਕਾ ਥੋੜ੍ਹਾ ਹੀ ਹੈ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ। ਸਾਲ 2022 ਦੀ ਗੱਲ ਕਰੀਏ, ਕਈ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ ਆਹ ਸਾਲ ਖਤਮ ਹੁੰਦਾ ਨਜ਼ਰ ਆ ਰਿਹਾ ਔਰ 2023 ਸਾਲ ਦਾ ਆਗਾਜ਼ ਹੁੰਦਾ ਨਜ਼ਰ ਆ ਰਿਹਾ। ਆਗਾਜ਼ ਦੇ ਵਿੱਚ ਸੌਗਾਤ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀ ਹੈ ਲਗਾਤਾਰ ਪੰਜਾਬੀਆਂ ਨੂੰ ਸੌਗਾਤਾਂ ਦਿੰਦੀ ਨਜ਼ਰ ਆ ਰਹੀ ਹੈ। ਸੌਗਾਤ ਦੀ ਜੇਕਰ ਗੱਲ ਕਰੀਏ ਜਿਸ ਦੇ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ 3 ਵੱਡੇ ਸ਼ਹਿਰਾਂ ਦੇ ਵਿੱਚ ਮੈਟਰੋ ਟ੍ਰੇਨ ਦੀ ਸੁਵਿਧਾ ਜਿਹੜੀ ਹੈ ਉਹ ਲੋਕਾਂ ਨੂੰ ਦਿੱਤੀ ਜਾਏ। ਇਸ ਦੇ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ, ਐਨਾਲਾਈਜ਼ ਹੋ ਰਿਹਾ ਹੈ, ਸਰਵੇ ਕਰਾਏ ਜਾ ਰਹੇ ਨੇ। ਕੈਬਨਿਟ ਮੰਤਰੀ ਅਮਨ ਅਰੋੜਾ ਸਾਡੇ ਨਾਲ ਨੇ। ਗੱਲਬਾਤ ਕਰਨੇ ਆ ਇਸ ਮਸਲੇ ਦੇ ਉੱਪਰ ਕਿ ਇਹ ਸੌਗਾਤ ਕਿਆ ਵਾਕਿਆ ਦੇ ਵਿੱਚ ਪੰਜਾਬੀਆਂ ਨੂੰ ਮਿਲਦੀ ਨਜ਼ਰ ਆਊਗੀ। ਅਮਨ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਵਿੱਚ। ਮਿਹਰਬਾਨੀ, ਥੈਂਕ ਯੂ ਸੋ ਮਚ। ਸੌਗਾਤ ਦੀ ਗੱਲ ਕਰਨਾ ਕਿਉਂਕਿ ਨਵੇਂ ਸਾਲ ਦੇ ਉੱਪਰ ਲੋਕਾਂ ਨੂੰ ਖੁਸ਼ਖਬਰੀ ਦੇਣੀ ਬਣਦੀ ਹੈ ਤੇ ਅੱਜ ਜਿਹੜਾ ਪ੍ਰੋਜੈਕਟ ਦੀ ਤੁਸੀਂ ਗੱਲ ਕਰ ਰਹੇ ਹੋ ਕਿ 3 ਵੱਡੇ ਸ਼ਹਿਰ ਜਿਨ੍ਹਾਂ ਦੇ ਵਿੱਚ ਮੈਟਰੋ ਟ੍ਰੇਨ ਦੀ ਸੁਵਿਧਾ ਸ਼ੁਰੂ ਹੋ ਸਕਦੀ ਹੈ, ਕੀ ਪੂਰਾ ਪ੍ਰੋਜੈਕਟ ਹੈ? ਦੇਖੋ, ਇਸ ਤਰ੍ਹਾਂ ਕਿ ਕਈ ਵਾਰੀ ਤੁਸੀਂ ਮੀਡੀਆ ਵਾਲੇ ਸਾਥੀ ਬਹੁਤ ਜ਼ਰੂਰਤ ਨਾਲੋਂ ਜ਼ਿਆਦਾ ਹਾਈਪ ਕ੍ਰੀਏਟ ਕਰ ਦਿੰਦੇ ਹੋ। ਮੈਂ ਤੁਹਾਨੂੰ ਇੱਕ ਬੜੇ ਸਿੰਪਲ ਜਿਹੇ ਲਫ਼ਜ਼ਾਂ 'ਚ ਦੱਸ ਰਿਹਾ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਦਿਲੀ ਇੱਛਾ ਹੈ ਕਿ ਇਹਨਾਂ, ਕਿਉਂਕਿ ਤੁਸੀਂ ਵਰਲਡ ਕਲਾਸ ਫੈਸਿਲਿਟੀਜ਼ ਦੇਣੀਆਂ ਬਣਦੀਆਂ ਨੇ ਔਰ ਉਹੀ ਉਸੇ ਕੰਮ ਦੇ ਵਿੱਚ ਉਹ ਔਰ ਉਹਨਾਂ ਦੀ ਟੀਮ, ਮਾਨ ਸਾਹਿਬ ਦੀ ਟੀਮ ਸਾਰੀ ਲੱਗੀ ਹੋਈ ਹੈ। ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ ਕਿ ਇਹਨਾਂ 3 ਸ਼ਹਿਰਾਂ ਦੇ ਵਿੱਚ, ਕਿਉਂਕਿ ਮੋਹਾਲੀ ਇੱਕ ਸ਼ੋਕੇਸ ਵਿੰਡੋ ਹੈ ਪੰਜਾਬ ਦੀ। ਲੁਧਿਆਣਾ ਇੰਡਸਟਰੀਅਲ ਟਾਊਨ ਹੈ, ਬੜਾ ਕੰਜਸਟਡ ਹੋ ਚੁੱਕਿਆ। ਅੰਮ੍ਰਿਤਸਰ ਗੁਰੂ ਸਾਹਿਬ ਦੀ ਨਗਰੀ ਹੈ ਤੇ 1 ਲੱਖ ਸ਼ਰਧਾਲੂ ਉੱਥੇ ਹਰ ਮਹੀਨੇ ਹਰ ਰੋਜ਼ ਆਉਂਦਾ। ਇਹਦੇ ਵਿੱਚ ਸਾਡੀ ਕੋਸ਼ਿਸ਼ ਹੈ ਔਰ ਅਸੀਂ ਇਹਦੇ ਉੱਪਰ ਕੰਮ ਕਰ ਰਹੇ ਹਾਂ ਕਿ ਇੱਕ ਇਹਦੀ ਫੀਜ਼ੀਬਿਲਿਟੀ ਸਟੱਡੀ ਹੈ ਜਿਹੜੀ ਉਹ ਕਰਵਾਈ ਜਾਵੇ। ਉਹਦੇ ਵਾਸਤੇ ਅਸੀਂ ਰਾਈਟਸ ਕੰਪਨੀ ਨੂੰ, ਸਾਡਾ ਡਿਪਾਰਟਮੈਂਟ ਹੈ ਜਿਹੜਾ ਰਾਈਟਸ ਆਰਗੇਨਾਈਜੇਸ਼ਨ ਹੈ ਸੈਂਟਰਲ ਗਵਰਨਮੈਂਟ ਦੀ, ਉਹ ਇਹ ਫੀਜ਼ੀਬਿਲਿਟੀ ਸਰਟੀਫਿਕੇਟ ਫੀਜ਼ੀਬਿਲਿਟੀ ਸਰਵੇ ਕੰਡਕਟ ਕਰਨ ਦੇ ਲਈ ਅਸੀਂ ਉਹਨਾਂ ਨੂੰ ਲਿਖ ਰਹੇ ਹਾਂ। ਜੇ ਉਹਨਾਂ ਨੇ ਕਿਹਾ ਕਿ ਹਾਂ ਫੀਜ਼ੀਬਲ ਹੈ ਤੇ ਉਹਦੇ ਅਕੋਰਡਿੰਗਲੀ ਫਿਰ ਸਾਡੀ ਇੱਛਾ ਹੈ, ਮਾਨ ਸਾਹਿਬ ਦੀ ਇੱਛਾ ਹੈ ਕਿ ਇਹ ਪੰਜਾਬ ਨੂੰ, ਇਹਨਾਂ 3 ਸ਼ਹਿਰਾਂ ਨੂੰ, ਇੱਥੋਂ ਦੇ ਵਸਨੀਕਾਂ ਨੂੰ ਇਹ ਤੋਹਫਾ ਜਿਹੜਾ ਉਹ ਦਿੱਤਾ ਜਾਵੇ। ਪਰ ਇਹ 100% ਡਿਪੈਂਡ ਕਰੂਗਾ ਜੀ। ਸਾਡੀ ਇੱਛਾ ਹੈ,
ਸਾਡੀ ਵਿਸ਼ਫੁਲ ਥਿੰਕਿੰਗ ਹੈ ਕਿ ਇਹ ਪੂਰਾ ਹੋ ਸਕੇ, ਪਰ ਇਹ ਟੋਟਲੀ ਡਿਪੈਂਡ ਕਰੂਗਾ ਉਹਨਾਂ ਦੀ ਫੀਜ਼ੀਬਿਲਿਟੀ ਰਿਪੋਰਟ ਦੇ ਉੱਪਰ। ਇਸ ਦੇ ਵਿੱਚ ਕਿਆ ਕੇਂਦਰ ਦੇ ਵੀ ਕਿਸੇ ਸਹਿਯੋਗ ਦੀ ਲੋੜ ਪਊਗੀ, ਜਾਂ ਪੰਜਾਬ ਸਰਕਾਰ ਆਪਣੇ ਲੈਵਲ ਤੇ ਅਗਰ ਫਿਜ਼ੀਬਿਲਿਟੀ 'ਚ ਓਕੇ ਆ ਜਾਂਦਾ ਹੈ ਕਿ ਹਾਂ ਤੁਸੀਂ 3 ਸ਼ਹਿਰਾਂ ਦੇ ਵਿੱਚ ਮੈਟਰੋ ਸ਼ੁਰੂ ਕਰ ਸਕਦੇ ਹੋ, ਤੇ ਫਿਰ ਪੰਜਾਬ ਸਰਕਾਰ ਆਪਣੇ ਲੈਵਲ ਤੇ ਵੀ ਇਸ ਨੂੰ ਸ਼ੁਰੂ ਕਰੇ? ਇਹ ਬੜੇ ਨੈਕਸਟ ਲੈਵਲ ਦਾ ਸਵਾਲ ਹੈ, ਜਿਹੜਾ ਨੈਕਸਟ ਸਟੇਜ ਦਾ ਸਟੈਪ ਹੈ ਜੀ। ਇਹ ਪਹਿਲਾਂ ਫੀਜ਼ੀਬਿਲਿਟੀ ਰਿਪੋਰਟ ਸਾਹਮਣੇ ਆਵੇ, ਉਹ ਤੋਂ ਬਾਅਦ ਹੀ ਡਿਸਾਈਡ ਹੋਊਗਾ। ਸੈਂਟਰਲ ਗਵਰਨਮੈਂਟ ਤੋਂ ਵੀ ਕੋਸ਼ਿਸ਼ ਹੈ ਜਿਹੜੀ ਉਹ ਸੀਐਮ ਸਾਹਿਬ ਅਸੀਂ ਸਾਰੇ ਕਰਾਂਗੇ, ਪਾਰਟਿਸਿਪੇਟ ਕਰਦੇ ਨੇ, ਪਰ ਜਿਹੋ ਜਿਹਾ ਉਹਨਾਂ ਦਾ ਪੰਜਾਬ ਪ੍ਰਤੀ ਐਟੀਟਿਊਡ ਬਣਿਆ ਹੋਇਆ ਹੈ, ਮੈਨੂੰ ਲੱਗਦਾ ਨਹੀਂ ਉਹ ਕਰਨਗੇ ਤਾਂ ਠੀਕ ਹੈ। ਜੇ ਨਹੀਂ ਕਰਨਗੇ ਤਾਂ ਭਗਵੰਤ ਮਾਨ ਜੀ ਔਰ ਉਹਨਾਂ ਦੀ ਪੂਰੀ ਸਰਕਾਰ, ਅਸੀਂ ਆਪ ਵਚਨਬੱਧ ਹਾਂ ਕਿ ਇਹਨਾਂ ਇਹੋ ਜਿਹੇ ਫਿਊਚਰਿਸਟਿਕ ਪ੍ਰੋਜੈਕਟਾਂ ਨੂੰ ਲੋੜ ਹੈ ਜਿਨ੍ਹਾਂ ਦੀ, ਉਹਨਾਂ ਦੇ ਉੱਪਰ ਕੰਮ ਕੀਤਾ ਜਾਵੇ ਤੇ ਕਰਾਂਗੇ। ਬਿਲਕੁਲ। ਅਮਨ ਜੀ, ਹੁਣ ਗੱਲ ਕਰ ਲਈਏ 2022 ਦੀ। ਖੱਟੀਆਂ ਮਿੱਠੀਆਂ ਯਾਦਾਂ ਰਹੀਆਂ ਹੋਣਗੀਆਂ ਤੁਹਾਡੀਆਂ ਵੀ ਇਸ ਸਾਲ ਦੇ ਵਿੱਚ। ਨਵੇਂ ਸਾਲ ਦਾ ਆਗਾਜ਼ ਹੋ ਰਿਹਾ। ਓਵਰਆਲ ਤਕਰੀਬਨ 9 ਮਹੀਨੇ ਹੋਣ ਵਾਲੇ ਨੇ ਤੁਹਾਡੀ ਸਰਕਾਰ ਨੂੰ ਸੱਤਾ ਦੇ ਵਿੱਚ ਆਏ ਹੋਏ। ਕਿਸ ਤਰ੍ਹਾਂ ਦਾ ਰਿਪੋਰਟ ਕਾਰਡ ਮੰਨਦੇ ਹੋ ਆਪਣੀ ਸਰਕਾਰ ਦਾ? ਕਿਆ ਲੋਕਾਂ ਨੇ ਜਿਹੜਾ ਮੈਂਡੇਟ ਤੁਹਾਨੂੰ, ਜਿਸ ਮੁੱਦੇ ਨੂੰ ਲੈ ਕੇ, ਜਿਸ ਟੀਚੇ ਨੂੰ ਲੈ ਕੇ ਲੋਕਾਂ ਨੇ ਤੁਹਾਨੂੰ ਜਿਹੜਾ ਮੈਂਡੇਟ ਦਿੱਤਾ ਸੀ, ਉਸ ਟੀਚੇ ਨੂੰ ਪੂਰਾ ਕਰਨ ਦੇ ਵਿੱਚ ਸਫਲ ਹੋ ਪਾਈ ਹੈ ਤੁਹਾਡੀ ਸਰਕਾਰ? ਦੇਖੋ, ਇਸ ਤਰ੍ਹਾਂ ਕਿ ਸਭ ਤੋਂ ਵੱਡੀ ਸਾਡੀ ਅਚੀਵਮੈਂਟ ਤਾਂ ਇਹ ਮੈਂ ਮੰਨ ਕੇ ਚੱਲਦਾ ਕਿ ਜਿਹੜਾ ਪੰਜਾਬ ਦੇ ਲੋਕਾਂ ਦੀ ਗੱਲ ਕਰ ਚੁੱਕੀ ਸੀਗੀ ਕਿ ਕੋਈ ਸਰਕਾਰ, ਕੋਈ ਲੀਡਰ, ਕੋਈ ਪਾਰਟੀ ਇਮਾਨਦਾਰ ਹੋ ਹੀ ਨਹੀਂ ਸਕਦੀ ਹੈਗੀ, ਉਹ ਧਾਰਨਾ ਨੂੰ ਅਸੀਂ ਜੜੋਂ ਖਤਮ ਕਰ ਦਿੱਤਾ। ਅੱਜ ਲੋਕਾਂ ਦਾ ਵਿਸ਼ਵਾਸ ਬਣ ਚੁੱਕਿਆ ਕਿ ਇਮਾਨਦਾਰ ਸਰਕਾਰ, ਵੈਲ ਮੀਨਿੰਗ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੀ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ। ਤੇ ਇਹੀ ਸਭ ਤੋਂ ਵੱਡਾ ਜਿਹੜਾ ਇੱਕ ਪਾੜਾ ਬਣ ਚੁੱਕਿਆ ਸੀਗਾ ਸਰਕਾਰਾਂ ਦੇ ਲੋਕਾਂ ਦੇ ਖਿਲਾਫ, ਟਰਸਟ ਡੈਫਿਸਿਟ ਬਣ ਚੁੱਕਿਆ ਸੀਗਾ, ਉਹਨੂੰ ਪੂਰਾ ਕਰਨ ਦੇ ਅਸੀਂ ਕਾਮਯਾਬ। ਸਾਡੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ। ਬਾਕੀ ਜਿਹੜੇ ਗਵਰਨੈਂਸ ਦੇ ਇਸ਼ੂਜ਼ ਨੇ, ਕੰਮਾਂ-ਕਾਰਾਂ ਦੇ ਇਸ਼ੂਜ਼ ਨੇ, ਇਹ ਰੈਗੂਲਰ ਬੇਸਿਸ ਦੇ ਉੱਪਰ ਇਹ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ। ਕੋਈ ਹੋ ਜਾਂਦਾ ਹੈ, ਕੋਈ ਰਹਿ ਵੀ ਜਾਂਦਾ ਹੈ, ਕਈਆਂ ਦੇ ਵਿੱਚ ਇੰਪਰੂਵਮੈਂਟ ਕਰਨ ਦੀ ਲੋੜ ਹੁੰਦੀ ਹੈ। ਇਹ ਡੇ ਟੂ ਡੇ ਬੇਸਿਸ ਦੀਆਂ ਗੱਲਾਂ ਨੇ ਜੀ। ਜਿਹੜੇ ਮੇਜਰ ਸਾਡੇ ਗੋਲ ਸੀਗੇ, ਉਹ ਅਸੀਂ ਜਿਹੜੀਆਂ ਗਰੰਟੀ ਸੀਗੀਆਂ ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਨੇ ਜਿਹੜੀਆਂ ਉਹ ਪੂਰੀਆਂ ਹੋ ਚੁੱਕੀਆਂ। ਜਿਹੜੇ ਰੈਗੂਲਰਾਈਜੇਸ਼ਨ ਤੇ ਨਵੀਆਂ ਨੌਕਰੀਆਂ 30,000 ਉਹ ਦੇ ਚੁੱਕੇ। ਕਿਸਾਨਾਂ ਨੂੰ ਬਿਜਲੀ ਵੀ ਤੇ ਫਸਲਾਂ ਦੀ ਚੁਕਾਈ ਬੜੇ ਵਧੀਆ ਤਰੀਕੇ ਨਾਲ ਹੋ ਚੁੱਕੀ। ਗੰਨੇ ਦੇ ਭਾਅ ਜਿਹੜੇ ਸਭ ਤੋਂ ਪਹਿਲਾਂ ਘੱਟ ਸੀਗੇ, ਸਭ ਤੋਂ ਵੱਧ ਹੋ ਚੁੱਕੇ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੰਮ ਹੈ ਜਿਹੜਾ ਉਹ ਹੋ ਚੁੱਕਿਆ। ਪਰ ਮੈਂ ਕਹਾਂ ਵੀ ਅਸੀਂ ਸਾਰਾ ਕੁਝ ਕਰ ਲਿਆ ਨਾ, ਇਹ ਜੀ ਬਹੁਤ ਕੁਝ ਕਰ ਵੀ ਰਹੇ ਤੇ ਹੋ ਵੀ ਜਾਊਗਾ। ਡਿਵੈਲਪਮੈਂਟ ਦੀ ਤੇ ਗੱਲ ਹੋਗੀ, ਲੇਕਿਨ ਜਿਹੜੀ ਪਿਛਲੀ ਸਰਕਾਰਾਂ ਦੇ ਵਿੱਚ ਕਿਹਾ ਜਾਂਦਾ ਸੀ, ਤੁਸੀਂ ਵਿਰੋਧੀ ਧਿਰ ਦੇ ਤੌਰ ਤੇ ਵੀ ਵਿਧਾਨ ਸਭਾ ਜਾਂਦੇ ਸੀ, ਕਈ ਮਸਲੇ ਚੱਕਦੇ ਸੀ, ਔਰ ਇਹ ਤੱਕ ਕਿਹਾ ਜਾਂਦਾ ਸੀ ਕਿ ਕਾਫੀ ਲੁੱਟ ਹੋਈ ਹੈ ਸਰਕਾਰੀ ਖਜ਼ਾਨੇ ਦੀ। ਉਸ ਲੁੱਟ ਦੇ ਵਿੱਚ ਹਜੇ ਤੱਕ 9 ਮਹੀਨੇ ਦੇ ਵਿੱਚ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਕੀ ਕੁਝ ਨਿਕਲ ਕੇ ਆਇਆ? ਕਿੰਨੇ ਕੁ ਵੱਡੇ ਘੁਟਾਲੇ ਹੋਏ ਨੇ? ਕਿੰਨੀ ਕੁ ਲੁੱਟ ਹੋਈ ਹੈ? ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ। ਉਸ ਛੋਟੀ ਜਿਹੀ ਐਗਜ਼ਾਮਪਲ ਤੋਂ ਤੁਸੀਂ ਉਹਦਾ ਕੁਆਂਟਮ, ਉਹਦਾ ਸਾਈਜ਼ ਆਪ ਕੈਲਕੂਲੇਟ ਕਰ ਲਿਓ। ਸਾਡੇ ਗਲਾਡਾ ਦੇ ਵਿੱਚ, ਲੁਧਿਆਣੇ, ਇੱਕ ਪੌਣੇ 2 ਏਕੜ ਦੀ ਸਾਈਟ ਪਈ ਸੀਗੀ। ਉਹ ਪੌਣੇ 2 ਏਕੜ ਦੀ ਸਾਈਟ ਗਲਾਡਾ ਕਿਰਾਏ ਤੇ ਦੇ ਦਿੰਦਾ ਸੀਗਾ। ਕਿਸੇ ਨੇ ਵਿਆਹ ਸ਼ਾਦੀ ਕਰਨੀ ਹੈ, ਕਿਸੇ ਨੇ ਕੋਈ ਕਨਵੈਨਸ਼ਨ ਕਰਨੀ ਹੈ, ਕੋਈ ਫੰਕਸ਼ਨ ਕਰਨਾ ਹੈ, ਕੋਈ ਦੀਵਾਲੀ ਦੇ ਦਿਨਾਂ ਦੇ ਵਿੱਚ ਉੱਥੇ ਦੁਸ਼ਹਿਰਾ ਮੇਲਾ ਲੱਗਣਾ ਹੈ ਜਾਂ ਰਾਮਲੀਲਾ ਹੋਣੀ ਹੈ, ਉਹ ਦੇ ਦਿੰਦੇ ਸੀਗੇ। ਉਹ ਹੁਣ ਤੱਕ ਪਿਛਲੇ ਸਾਲ ਮੈਕਸਿਮਮ ਕਿਰਾਇਆ ਜਿਹੜਾ ਗਲਾਡਾ ਦੇ ਖਾਤਿਆਂ 'ਚ ਜਮ੍ਹਾਂ ਹੁੰਦਾ ਸੀਗਾ, ਉਹ 15,100 ਰੁਪਇਆ ਡੇਲੀ ਦਾ ਹੁੰਦਾ ਸੀਗਾ। 15 ਦਿਨ ਦੀ ਉੱਥੇ ਉਹ ਲੱਗਦੀ ਸੀ, ਰਾਮਲੀਲਾ ਦਾ ਪ੍ਰੋਗਰਾਮ ਹੁੰਦਾ ਸੀਗਾ। ਤੇ ਪਿਛਲੇ ਸਾਲ ਸੀਗਾ 15,100। ਤੇ ਇਸ ਵਾਰ ਤੁਸੀਂ ਗੈਸ ਕਰੋ ਵੀ ਅਸੀਂ ਕਿੰਨੇ ਡੇਲੀ ਦੇ ਕਿਰਾਏ ਦੇ ਉੱਪਰ ਚੜਾਈ ਹੋਊਗੀ ਜਗ੍ਹਾ, ਉਹ ਗੈਸ ਕਰੋ। ਤੁਸੀਂ ਆਪ ਹੀ ਦੱਸ ਦਿਓ। 3,71,000 ਰੁਪਇਆ ਹਰ ਰੋਜ਼ ਦਾ, ਯਾਨੀ ਕਿ ਤਕਰੀਬਨ 15 ਦਿਨਾਂ ਦੇ ਕਿਰਾਏ ਦੇ ਵਿੱਚ ਅਸੀਂ 70 ਲੱਖ ਰੁਪਏ ਵੱਧ ਵੱਟ ਲਿਆ ਇੱਕ ਸਾਈਡ ਦੇ ਕਿਰਾਏ ਦੇ ਵਿੱਚੋਂ। ਹੁਣ ਤੁਸੀਂ ਸਾਰੇ ਦਾ ਕੁਆਂਟਮ ਹੈ ਜਿਹੜਾ, ਉਹ ਹਿਸਾਬ ਕਿਤਾਬ ਕੈਲਕੂਲੇਟਰ ਚੱਕ ਕੇ ਆਪ ਹੀ ਕਰ ਲਿਓ। ਯਾਨੀ ਇੰਨੇ ਵੱਡੇ ਪੱਧਰ ਤੇ ਸਰਕਾਰੀ ਖਜ਼ਾਨੇ ਦੀ ਲੁੱਟ ਹੋਈ ਹੈ। ਹੋਰ ਚੱਲਦੀ ਰਹੀ ਹੈ, ਛੱਡਿਆ ਕਿ ਨਹੀਂ ਹੈ। ਉਹੀ ਬੰਦ ਕਰਨ ਲੱਗੇ ਹੋਏ ਆ। ਹੁਣ ਐਕਸਾਈਜ਼ ਦੀ ਗੱਲ ਕਰ ਲਓ। ਐਕਸਾਈਜ਼ ਦੀਆਂ ਅਸੀਂ ਬੜਾ 4 ਸਾਲ 5 ਸਾਲ ਅਸੀਂ ਰੌਲਾ ਪਾਇਆ, ਤੁਸੀਂ ਵੀ ਮੀਡੀਆ ਨੇ ਸਾਥ ਦਿੱਤਾ, ਨਹੀਂ ਮੰਨੇ ਹੈਗੇ। ਜ਼ੋਰ ਮਾਰ ਕੇ ਇੰਨੇ ਸਾਲਾਂ 'ਚ 6200 ਕਰੋੜ ਤੇ ਲੈ ਕੇ ਗਏ ਨੇ। ਤੇ ਇਸ ਵਾਰੀ ਸਾਡਾ ਟਾਰਗੇਟ ਸੀ ਜਿਹੜਾ, ਉਹ 9700 ਕਰੋੜ ਸੀਗਾ। ਮੇਰੇ ਖਿਆਲ 92-9500 ਕਰੋੜ ਹੈ, ਉਹ ਅਚੀਵ ਹੋ ਜਾਊਗਾ। 70 ਸਾਲਾਂ ਦੇ ਵਿੱਚ 0 ਤੋਂ 6200 ਕਰੋੜ ਤੇ 8 ਮਹੀਨੇ 9 ਮਹੀਨੇ ਦੇ ਵਿੱਚ 6200 ਕਰੋੜ ਤੋਂ 9500 ਕਰੋੜ ਤੇ ਲੁੱਟੀ ਸੀ। ਉਹ ਜਾਂਦਾ ਕਿੱਥੇ ਸੀ ਪੈਸਾ? ਲੇਕਿਨ ਅਮਨ ਜੀ, ਇਹ ਤਾਂ ਚਲੋ ਅਗਲੀ ਪ੍ਰੋਸੈਸ ਹੋਗੀ ਕਿ ਹਾਂ ਆਮਦਨ ਦੇ ਵਿੱਚ ਇਜ਼ਾਫਾ ਕਿੰਨਾ ਕਰਨਾ, ਕਿਸ ਤਰ੍ਹਾਂ ਕਰਨਾ ਹੈ। ਲੇਕਿਨ ਮੇਨ ਸਵਾਲ ਹੈ ਕਿ ਜਿਨ੍ਹਾਂ ਨੇ ਲੁੱਟ ਕੀਤੀ ਉਹਨਾਂ ਤੋਂ ਰਿਕਵਰੀ ਕਿੱਦਾਂ ਹੋਊਗੀ? ਦੇਖੋ, ਇਸ ਤਰ੍ਹਾਂ ਹੈ ਕਿ ਸਰਕਾਰ ਦਾ ਕੰਮ ਹੈ ਕਿ
ਐਵੀਡੈਂਸ ਇਕੱਠੇ ਕਰਕੇ ਜੀ ਉਹਨਾਂ ਦੇ ਉੱਪਰ ਪਰਚਾ ਕਰਨਾ ਤੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦੇਣੀ ਹੁੰਦੀ ਹੈ। ਜੀ ਹੁਣ ਰਿਕਵਰੀ ਜਿਹੜੇ ਜਿੰਨੇ ਮੰਤਰੀ ਸੰਤਰੀ ਅੰਦਰਾਂ 'ਚ ਬੰਦ ਹੈਗੇ ਜਾਂ ਕੋਈ ਅਫਸਰ ਬੰਦ ਹੈਗੇ, ਹੁਣ ਜੇ ਤੁਸੀਂ ਕਹੋ ਵੀ ਅਸੀਂ ਜਾ ਕੇ ਡਾਂਗ ਨਾਲ ਉਹਨਾਂ ਦੇ ਘਰਾਂ ਦੇ ਉੱਪਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਕਬਜ਼ਾ ਕਰਕੇ ਰਾਤੋਂ ਰਾਤ ਔਕਸ਼ਨ ਕਰ ਦਈਏ ਤੇ ਉਹ ਦੇਸ਼ ਦਾ ਕਾਨੂੰਨ ਤਾਂ ਨਹੀਂ ਅਲਾਉ ਕਰਦਾ। ਇਹ ਕੰਮ ਹੈ ਸਾਡਾ, ਸਰਕਾਰ ਦਾ ਕੰਮ ਹੁੰਦਾ ਕਿ ਜਿਹਨੇ ਗਲਤ ਕੀਤਾ ਹੈ ਜਾਂ ਜਿਹੜਾ ਕਰ ਰਿਹਾ ਹੈ ਉਹਦੇ ਉੱਪਰ ਲੀਗਲ ਪ੍ਰੋਸੈਸ ਦੇ ਨਾਲ ਉਹਦੇ ਉੱਪਰ FIR ਕਰਕੇ ਕੋਰਟ ਦੇ ਹਵਾਲੇ ਕਰ ਦੇਣਾ। ਹੁਣ ਕੋਰਟ ਦੀ ਲੜਾਈ ਹੈ ਜਿਹੜੀ ਉਹ ਵਕੀਲਾਂ ਨੇ ਲੜਨੀ ਤੇ ਜੱਜਾਂ ਨੇ ਡਿਸਾਈਡ ਕਰਨੀ ਹੈ। ਇਹਦੇ 'ਚ ਉਹ ਰਿਕਵਰੀ ਉਹ ਪਾ ਦੇਣਗੇ ਤੇ ਹੋ ਜੂਗੀ, ਜੇ ਉਹਨਾਂ ਨੂੰ ਵੇਗ ਨਾ ਲੱਗਣਗੇ ਤੇ ਫਿਰ ਅਸੀਂ ਤਾਂ ਆਪਦਾ ਕੰਮ ਕਰ ਰਹੇ ਹਾਂ। ਅਮਨ ਜੀ, ਤੁਹਾਡੇ ਮਹਿਕਮੇ ਦੇ ਵਿੱਚ ਵੀ ਕਿਹਾ ਗਿਆ ਕਿ 14,000 ਕਲੋਨੀਆਂ ਜਿਹੜੀਆਂ ਨੇ ਇਨਲੀਗਲ ਨਿਕਲ ਕੇ ਸਾਹਮਣੇ ਆਈਆਂ ਨੇ। ਕਿਸ ਤਰ੍ਹਾਂ ਇਨਲੀਗਲ ਕਲੋਨੀਆਂ ਬਣ ਗਈਆਂ, ਸ਼ਮੂਲੀਅਤ ਕਿਸ ਦੀ ਸੀ? ਸਾਬਕਾ ਜਿਹੜੇ ਮੰਤਰੀ ਹੈ, ਕਿਆ ਉਹਨਾਂ ਦੇ ਵੀ ਇਸ ਦੇ ਵਿੱਚ ਸ਼ਮੂਲੀਅਤ ਨਜ਼ਰ ਆਈ? ਦੇਖੋ ਇਸ ਤਰ੍ਹਾਂ ਹੈ ਕਿ ਸਰਕਾਰ ਦੀ ਸ਼ਹਿ ਤੋਂ ਬਿਨਾ ਇੱਕ ਚਿੜੀ ਨਹੀਂ ਪਰ ਮਾਰ ਸਕਦੀ ਜੀ। ਇਲੀਗਲ ਕਲੋਨੀਆਂ ਇੰਨੀਆਂ ਕੁ ਘਟ ਗਈਆਂ 14,000 ਕਿ ਜਿਹਦੇ ਨਾਲ ਲੱਖਾਂ ਲੋਕਾਂ ਦਾ ਚੂਨਾ ਜਿਹੜਾ ਉਹ ਲੱਗਿਆ। ਹੁਣ ਕਾਨੂੰਨ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਨੇ ਤੇ ਲੀਡਰਾਂ ਨੇ ਇਹੋ ਜਿਹੇ ਬਣਾਤੇ ਕਿ ਪੂਡਾ ਨੇ ਆਪਦੀਆਂ ਕਲੋਨੀਆਂ ਕੱਟਣੀਆਂ ਉਹ ਬੰਦ ਕਰ ਦਿੱਤੀਆਂ। ਜਿਹੜੇ ਅਫੋਰਡੇਬਲ ਹਾਊਸਿੰਗ ਦੀ ਇੱਕ ਪਾਲਿਸੀ ਸੀਗੀ ਉਹਦੇ ਉੱਪਰ ਉਹਨੂੰ ਇੰਨਾ ਕੁ ਸਟ੍ਰਿੰਜੈਂਟ ਕਰ ਦਿੱਤਾ ਕਿ ਲੋਕ ਉਸ ਪਾਸੇ ਰਾਹ ਨਹੀਂ ਗਏ ਹੈਗੇ। ਜਦੋਂ ਨੋਟਾਂ ਤੇ ਵੋਟਾਂ ਲੈਣ ਦਾ ਟਾਈਮ ਹੁੰਦਾ ਸੀਗਾ ਉਹ ਲੈ ਕੇ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੇ ਸੀਗੇ। ਜਿਹੜਾ ਬੰਦਾ ਅੱਜ ਤੁਸੀਂ ਲੀਗਲ ਕਲੋਨੀ ਅਪਰੂਵਡ ਕਲੋਨੀ ਕੱਟ ਰਹੇ ਹੋ ਉਹਨੂੰ ਵੀ ਇਲੀਗਲ ਵਾਲੇ ਰਾਹ ਹੈ ਜਿਹੜਾ ਉਹ ਸਰਕਾਰਾਂ ਨੇ ਚਾੜ ਦਿੱਤਾ। ਹੁਣ ਇਹ ਸਾਰੇ ਮੈਸਅਪ ਨੂੰ ਵਾਈਂਡ ਅਪ ਕਰਨ ਦੇ ਵਿੱਚ ਸਹੀ ਕਰਨ ਦੇ ਵਿੱਚ ਥੋੜ੍ਹਾ ਸਮਾਂ ਸਾਨੂੰ ਲੱਗ ਰਿਹਾ ਹੈ। ਕਈ ਅਸੀਂ ਪਿਛਲੇ ਦਿਨਾਂ 'ਚ ਇੱਕ ਜਿਹੜੀ ਇੱਕ ਆਨਲਾਈਨ ਪੋਰਟਲ ਸੀ ਅਸੀਂ ਉਹ ਕੀਤਾ ਸੀਗਾ। ਉਹ 'ਚ NOC ਨੇ ਜਿਹੜੇ ਉਹ ਮਿਲ ਰਹੇ ਨੇ। 5800 ਪਿੰਡਾਂ ਨੂੰ ਅਸੀਂ ਡੀਲਿਸਟ ਕਰਤਾ ਕਿ ਇੱਥੇ NOCਆਂ ਦੀ ਲੋੜ ਨਹੀਂ ਹੈਗੀ। ਹੁਣ ਜਿੰਨਾ ਥਾਵਾਂ ਦੇ ਉੱਪਰ, ਮੈਂ ਨਹੀਂ ਕਹਿੰਦਾ ਕਿ ਸਾਰਿਆਂ ਨੇ ਗਲਤ ਕੰਮ ਕੀਤਾ, 100 ਨੇ ਸਹੀ ਕੰਮ ਕੀਤਾ, ਉਹ 2 ਗਲਤ ਕੰਮ ਕਰ ਰਹੇ ਪਰ ਉਹ 2 ਨੇ ਜਿਹੜੇ ਉਹ ਸਾਰਾ ਸਿਸਟਮ ਖਰਾਬ ਕਰ ਦਿੰਦੇ ਨੇ। ਹੁਣ ਕਈ ਥਾਵਾਂ ਤੇ ਉੱਪਰ ਇਹੋ ਜਿਹਾ ਵੀ ਧਿਆਨ ਦੇ ਵਿੱਚ ਆਇਆ ਕਿ ਜਿੱਥੇ ਖੇਤ ਖੜੇ ਨੇ ਇਹੋ ਜਿਹੇ ਉੱਥੇ ਉਹਨੂੰ ਕਲੋਨੀ ਰੈਗੂਲਰਾਈਜ਼ ਕਰਾ ਕੇ ਬਾਹਰ ਦੀ ਬਾਹਰ ਜ਼ਿਮੀਂਦਾਰਾਂ ਤੋਂ ਇੰਡੀਵਿਜੂਅਲਸ ਦੇ ਨਾਮ, ਲੋਕਾਂ ਦੇ ਨਾਮ ਪਲਾਟ ਟਰਾਂਸਫਰ ਕਰਾਏ ਤੇ ਬੰਦਾ ਆਪਦਾ ਪ੍ਰੋਫਿਟ ਲੈ ਕੇ ਬਾਹਰ ਨਿਕਲ ਗਿਆ। ਹੁਣ ਨਾ ਉੱਥੇ ਸੜਕ ਹੈ, ਨਾ ਉੱਥੇ ਸੀਵਰੇਜ ਹੈ, ਨਾ ਉੱਥੇ ਕੋਈ ਬਿਜਲੀ ਪਾਣੀ ਦਾ ਇੰਤਜ਼ਾਮ ਹੈ। ਉਹ ਲੋਕ ਸਰਕਾਰ ਦੇ ਦੁਆਲੇ ਹੋਏ ਨੇ, ਠੀਕ ਹੈ ਨਾ। ਤੇ ਹੁਣ ਕਰੀਏ ਕੀ? ਇਹ ਸਾਰੇ ਸਿਸਟਮ ਨੂੰ ਦਰੁਸਤ ਕਰਨ ਦੇ ਵਿੱਚ ਜੇ ਤਾਂ ਪਹਿਲਾਂ ਵਾਲਾ ਹੀ ਕੰਮ ਕਰਨਾ ਵੀ ਹਾਂ ਠੀਕ ਹੈ ਚੱਕ ਲਓ ਇਹ ਕਰ ਦਿਓ ਕੋਈ ਗੱਲ ਨਹੀਂ, ਠੀਕ ਹੈ ਨਾ, ਤੇ ਫਿਰ ਤਾਂ ਠੀਕ ਹੈ, ਫਿਰ ਤਾਂ ਜਿਵੇਂ ਪਹਿਲਾਂ ਚੱਲੀ ਜਾਂਦਾ ਹੋਵੇ ਹੁਣ ਚੱਲੀ ਜਾਊਗਾ। ਪਰ ਮੈਂ ਇੱਕ ਗੱਲ ਅੱਜ ਤੁਹਾਡੇ ਜ਼ਰੀਏ ਬੜੇ ਸਪਸ਼ਟ ਕਰ ਦਿੰਦਾ ਕਿ ਪਿਛਲਾ ਜਿਹੜਾ ਹੋ ਗਿਆ ਉਹਨੂੰ ਅਸੀਂ ਐਜ਼ ਗਵਰਨਮੈਂਟ, CM ਸਾਹਿਬ, ਅਸੀਂ ਰਲ ਮਿਲ ਕੇ ਕੋਈ ਨਾ ਕੋਈ ਕੋਸ਼ਿਸ਼ ਕਰ ਰਹੇ ਹਾਂ ਕਿ ਮਸਲਾ ਹੱਲ ਹੋ ਜੇ। ਪਰ ਅੱਗੇ ਵਾਸਤੇ ਜੇ ਕਿਸੇ ਨੇ ਅਨਅਪਰੂਵਡ ਇਲੀਗਲ ਕਲੋਨੀ ਕੱਟਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਉਹ 'ਚ ਸੇਲ ਪਰਚੇਜ਼ ਕਰਨ ਦੀ ਕੋਸ਼ਿਸ਼ ਕਰਕੇ ਕੁਝ ਬਣਾਉਣ ਦੀ, ਇਲੀਗਲ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਹੋਊਗੀ। ਅਸੀਂ ਇਹ ਗੰਦ ਜਿਹੜਾ ਪਿਛਲੇ ਸਮੇਂ ਦੇ ਵਿੱਚ ਪਿਆ ਹੋਇਆ ਨਾ ਇਹ ਨਹੀਂ ਅਸੀਂ ਬਰਦਾਸ਼ਤ ਕਰਨਾ ਹੈਗਾ। ਪਿਛਲਾ ਇੱਕ ਵਾਰ ਕਿਵੇਂ ਨਾ ਕਿਵੇਂ ਵਾਈਂਡ ਅਪ ਕਰ ਦਾਂਗੇ ਪਰ ਅੱਗੇ ਨੂੰ ਨਹੀਂ ਕੰਮ ਚੱਲਣਾ ਹੈਗਾ। ਅਸੀਂ ਕਲੋਨੀਆਂ ਕੱਟ ਰਹੇ ਹਾਂ, ਪੂਡਾ ਕੱਟ ਰਿਹਾ, ਉਹਦੇ 'ਚ ਲਓ। ਅਸੀਂ ਅਫੋਰਡੇਬਲ ਹਾਊਸਿੰਗ ਦਾ ਕੰਮ ਸੌਖਾ ਕਰਤਾ, ਉਹਦੇ 'ਚ ਸੇਲੇਬਿਲਿਟੀ ਵਧਾਤੀ, ਉਹਦੇ 'ਚ ਜਿਹੜੇ EDC ਚਾਰजेस ਨੇ ਉਹ ਘਟਾਤੇ, ਸਾਰਾ ਕੁਝ ਕਰਤਾ। ਕੋਈ ਜਿਹੜੀ ਕੋਈ ਪਾਲਿਸੀ ਤੁਹਾਨੂੰ ਲੱਗਦਾ ਵੀ ਇਹ ਫੇਵਰੇਬਲ ਨਹੀਂ ਹੈਗੀ ਉਹ ਸਾਨੂੰ ਦੱਸੋ, ਅਸੀਂ ਪਾਲਿਸੀ ਚੇਂਜ ਕਰ ਦਾਂਗੇ, ਅਸੀਂ ਕਾਨੂੰਨ ਚੇਂਜ ਕਰ ਦਾਂਗੇ। ਪਰ ਜੇ ਕੋਈ ਕਹੇ ਵੀ ਮੈਂ ਕਾਨੂੰਨ ਨਹੀਂ ਤਾਂ ਜਿਣਾ ਦੂੰਗਾ, ਕੰਮ ਨਹੀਂ ਚੱਲਣਾ। ਅਮਨ ਜੀ, ਇੱਕ ਹੋਰ ਵੱਡਾ ਮਸਲਾ ਜੋ ਉੱਭਰ ਕੇ ਸਾਹਮਣੇ ਆਇਆ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਐਲੀਗੇਸ਼ਨ ਲੱਗੇ ਕਿ ਉਹਨਾਂ ਨੇ ਸਰਕਾਰੀ ਫੰਡ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਪੁੱਤ ਦੇ ਵਿਆਹ ਦੇ ਵਿੱਚ ਸਰਕਾਰੀ ਪੈਸਾ ਜਿਹੜਾ ਉਹ ਲਾਇਆ। ਇਸ ਮਾਮਲੇ ਨੂੰ ਕਿੱਦਾਂ ਦੇ? ਦੇਖੋ ਬਹੁਤ ਅਨਫੋਰਚੂਨੇਟ ਹੈ ਜੀ, ਬਹੁਤ ਹਲਕੀ ਜੀ ਔਰ ਘਟੀਆ ਜੀ ਸੋਚ ਹੋ ਸਕਦੀ ਹੈ ਇਹ ਵੀ ਤੁਸੀਂ ਆਪਦੇ ਪੁੱਤਾਂ ਭਤੀਜਿਆਂ ਦੇ ਵਿਆਹਾਂ ਦੇ ਉੱਪਰ ਵੀ ਜੇ ਸਰਕਾਰੀ ਖਰਚੇ, ਸਰਕਾਰੀ ਤੰਤਰ ਨੂੰ ਯੂਜ਼ ਕਰੋਗੇ। ਜੇ ਇਹੋ ਜਿਹਾ ਕੀਤਾ, ਮੈਨੂੰ ਨਹੀਂ ਪਤਾ ਹੈਗਾ, ਤੁਸੀਂ ਦੱਸ ਰਹੇ ਹੋ, ਜੇ ਇਹੋ ਜਿਹਾ ਕੀਤਾ ਤੇ ਉਹ ਅਪਰੂਵ ਹੋ ਗਿਆ ਤੇ ਫਿਰ ਹੀਲ ਫੇਸ ਦਾ ਮਿਊਜ਼ਿਕ, ਇਹ ਕੋਈ ਤਰੀਕਾ ਥੋੜ੍ਹਾ ਹੀ ਹੈ। ਲੋਕ ਸਿਰ ਤੇ ਪਰਤਾਜ ਰੱਖਦੇ ਨੇ ਲੁੱਟਣ ਵਾਸਤੇ, ਥੋੜ੍ਹਾ ਰੱਖਦੇ ਨੇ। ਸੋ ਇਹ ਤਾਂ ਨਾ ਕੋਈ ਪਹਿਲਾਂ ਕਿਸੇ ਨਾਲ ਲਿਹਾਜ਼ ਹੋਈ ਨਾ ਹੁਣ ਹੋਊਗੀ ਜੀ ਕਿਸੇ ਨੇ ਅਜਾ ਕੀਤਾ। ਚਲੋ ਚਲਦੇ ਆਖਰੀ ਸਵਾਲ ਕਰ ਦਿੰਦੇ 2023 ਨੂੰ ਲੈ ਕੇ, ਕਿਉਂਕਿ ਇੱਕ ਮਾਡਲ ਸਾਡੇ ਪਿੱਛੇ ਵੀ ਹੈ, ਕਿਸਾਨ ਨਜ਼ਰ ਆ ਰਹੇ ਨੇ, ਇਸ ਦੇ ਨਾਲ ਹੀ ਸੋਲਰ ਊਰਜਾ ਜਿਹੜੀ ਆ ਉਹ ਨਜ਼ਰ ਆ ਰਹੀ ਹੈ, ਸੋਲਰ ਪੈਨਲ ਨਜ਼ਰ ਆ ਰਹੇ ਨੇ, ਹੋਰ ਕਈ ਚੀਜ਼ਾਂ ਜਿਹੜੀਆਂ ਨੇ ਇਸ ਮਾਡਲ ਦੇ ਵਿੱਚ ਬਣੀਆਂ ਹੋਈਆਂ ਨੇ। ਇਨ ਸਾਰੇ ਤਬਕਿਆਂ ਨੂੰ ਕਿਸ ਤਰ੍ਹਾਂ ਰਾਹਤ ਦਿਓਗੇ? ਔਰ ਖਾਸ ਕਰਕੇ ਜਿਹੜੀ ਆ ਸੋਲਰ ਪਾਵਰ ਐਨਰਜੀ ਦੀ ਗੱਲ ਕਰੀਏ, ਆਮ ਲੋਕਾਂ ਦੇ ਘਰਾਂ ਤੱਕ ਕਦੋਂ ਤੱਕ ਐਨਰਜੀ ਪਹੁੰਚ ਪਾਊਗੀ? ਦੇਖੋ ਇਸ ਤਰ੍ਹਾਂ ਹੈ ਕਿ ਸੋਲਰ ਐਨਰਜੀ, ਰੀਨਿਊਏਬਲ ਐਨਰਜੀ ਹੈ ਜਿਹੜੀ, ਉਹ ਦੁਨੀਆ ਭਰ ਦੇ ਵਿੱਚ ਅੱਜ ਦੀ ਜ਼ਰੂਰਤ ਬਣੀ ਹੋਈ ਹੈ। ਕਿਸਾਨ ਨੇ ਜਿਹੜੇ ਪੰਜਾਬ ਦੇ 1.5 ਲੱਖ ਪੰਪ ਇਹੋ ਜਿਹੇ ਨੇ, ਮੋਟਰਾਂ ਇਹੋ ਜਿਹੀਆਂ ਨੇ ਜਿੱਥੇ ਜਿਹੜੀਆਂ ਡੀਜ਼ਲ 'ਤੇ ਚੱਲਦੀਆਂ ਨੇ,
ਉਹਦੇ ਵਿੱਚੋਂ ਤਕਰੀਬਨ 12,000 ਨੂੰ ਅਸੀਂ ਆਲਰੇਡੀ ਸੋਲਰਾਈਜ਼ ਕਰਨ ਦਾ ਅਸੀਂ ਕੰਮ ਜਿਹੜਾ ਉਹ ਕਰ ਚੁੱਕੇ ਹਾਂ। 50,000 ਨੂੰ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦੇਣਾ ਹੈ। ਸੋਲਰਾਈਜੇਸ਼ਨ ਹੈ ਜਿਹੜੀ ਉਹ ਵੱਡੇ ਪੱਧਰ ਦੇ ਉੱਪਰ ਪਾਣੀ ਦੇ ਵਿੱਚ ਤੈਰਦਾ ਹੋਇਆ ਸੋਲਰ 100 ਮੈਗਾਵਾਟ ਦਾ ਅਸੀਂ ਉਹ ਟੈਂਡਰ ਫਲੋਟ ਕਰ ਰਹੇ ਹਾਂ, ਰੇਟ ਡਿਸਕਵਰ ਹੋਊਗਾ। 200 ਮੈਗਾਵਾਟ ਅਸੀਂ ਕਨਾਲ ਟੌਪ ਦੇ ਉੱਪਰ ਨਹਿਰਾਂ ਦੇ ਉੱਪਰ ਉਹ ਕਰ ਰਹੇ ਹਾਂ। ਸਾਰੇ ਸਰਕਾਰੀ ਦਫ਼ਤਰਾਂ ਨੂੰ ਸੋਲਰਾਈਜ਼ ਕਰ ਰਹੇ ਹਾਂ। ਇਹ ਸਾਰੇ ਪ੍ਰੋਜੈਕਟ ਨੇ ਜਿਹੜੇ ਅਸੀਂ ਕਰਨ ਲੱਗੇ ਹੋਏ ਹਾਂ। ਇਹਦੇ ਨਾਲ ਨਾਲ CBG ਜਿਹੜੇ ਕੰਪਰੈਸਡ ਬਾਇਓਗੈਸ ਪਲਾਂਟਸ ਨੇ ਜਿਹੜੇ ਉਹ ਏਸ਼ੀਆ ਦਾ ਲਾਰਜੈਸਟ ਹੈ ਜਿਹੜਾ ਪਰਾਲੀ ਤੋਂ ਮੀਥੇਨ ਬਣਾਉਣ ਦਾ ਪ੍ਰੋਜੈਕਟ ਹੈ ਜਿਹੜਾ ਉਹ ਅਸੀਂ ਚਾਲੂ ਕਰ ਚੁੱਕੇ ਤੇ ਹੋਰ ਵੀ ਕਈ ਮਲਟੀਪਲ ਪ੍ਰੋਜੈਕਟਸ ਨੇ ਇਹੋ ਜਿਹੇ ਆ ਰਹੇ ਨੇ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਰੀਨਿਊਏਬਲ એનર્ਜੀ ਅੱਜ ਦੀ ਜ਼ਰੂਰਤ ਹੈ ਤੇ ਇਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਕੰਮ ਚੱਲ ਰਿਹਾ ਹੈ। ਅਮਨ ਜੀ, ਲਾਸਟ ਸਵਾਲ, ਪਿਤਾ ਦੇ ਕਹਿੰਦੇ ਨਕਸ਼ੇ ਕਦਮ ਤੇ ਚੱਲਦੇ ਹੋ ਤੁਸੀਂ, ਉਹਨਾਂ ਦੀ ਜਿਹੜੀ ਲੀਹ ਖਿੱਚੀ ਹੋਈ ਹੈ ਉਸੇ ਲੀਹ ਦੇ ਉੱਪਰ ਚੱਲ ਰਹੇ ਹੋ। ਉਹਨਾਂ ਦਾ ਜਿਹੜਾ ਸੁਪਨਾ ਸੀ ਉਹ ਸੁਪਨਾ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਹੁੰਦਾ ਪੰਜਾਬ ਦੇ ਵਿੱਚ ਨਜ਼ਰ ਆਊਗਾ? ਦੇਖੋ, ਇਸ ਤਰ੍ਹਾਂ ਕਿ ਮੇਰੇ ਰੋਲ ਮਾਡਲ ਮੇਰੇ ਫਾਦਰ ਸਾਹਿਬ ਰਹੇ ਨੇ, ਕਿਉਂਕਿ ਉਹ ਉਹੀ ਰਾਜਨੀਤੀ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਕਰਦੇ ਸੀਗੇ ਜਿਹੜੀ ਅੱਜ ਆਮ ਆਦਮੀ ਪਾਰਟੀ ਕਰ ਰਹੀ ਹੈ। ਸੋ ਇਸ ਕਰਕੇ ਮੈਨੂੰ ਤਾਂ ਕਿਉਂਕਿ ਗੁੜਤੀ ਉਹਨਾਂ ਤੋਂ ਮਿਲੀ ਹੈ, ਕੰਮ ਉਹਨਾਂ ਤੋਂ ਸਿੱਖਿਆ ਤੇ ਮਾਹੌਲ ਕੰਮ ਉਹਨਾਂ ਨੂੰ ਪੂਰਾ ਕਰਨ ਦਾ ਮਾਹੌਲ ਹੈ ਜਿਹੜਾ ਉਹ ਮੈਨੂੰ ਆਮ ਆਦਮੀ ਪਾਰਟੀ ਨੇ, ਕੇਜਰੀਵਾਲ ਸਾਹਿਬ ਨੇ ਤੇ ਮਾਨ ਸਾਹਿਬ ਨੇ ਦੇ ਦਿੱਤਾ। ਸੋ ਉਹਨਾਂ ਦੇ ਨਕਸ਼ੇ ਕਦਮ ਦੇ ਉੱਪਰ ਕਿੰਨਾ ਕੁ ਚੱਲ ਰਹੇ ਆ ਜਾਂ ਕਿੰਨਾ ਕੁ ਨਹੀਂ ਚੱਲ ਪਾ ਰਹੇ ਹੈਗੇ, ਇਹ ਤਾਂ ਜਿਹੜੇ ਸੁਨਾਮ ਹਲਕੇ ਦੇ ਲੋਕ ਨੇ ਉਹ ਤਾਂ ਉਹੀ ਬਿਹਤਰ ਦੱਸ ਸਕਦੇ ਨੇ। ਪਰ ਮੈਂ ਇੱਕ ਗੱਲ ਮੰਨ ਕੇ ਪੰਜਾਬ ਦੇ ਲੋਕ ਦੱਸਣਗੇ ਕਿਉਂਕਿ ਹੁਣ ਤੁਸੀਂ ਵਜ਼ੀਰ ਵੀ ਹੋ ਗਏ। ਇਹ ਦੇਖੋ ਉਹਨਾਂ ਦਾ ਰੋਲ ਕੀ ਸੀਗਾ, ਉਹਨਾਂ ਦਾ ਮਾਡਲ ਕੀ ਸੀ ਸਰਕਾਰ ਦਾ, ਲੋਕ ਸੇਵਾ ਦਾ, ਕਿ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਕਮਿਟਮੈਂਟ ਦੇ ਨਾਲ ਲੋਕਾਂ ਨਾਲ ਜੁੜ ਕੇ ਲੋਕਾਂ ਦੇ ਮੁੱਦੇ ਮਸਲੇ ਨੂੰ ਹੱਲ ਕਰਨਾ, ਉਹ ਕਰਨ ਲੱਗੇ ਹੋਏ ਆ। ਇਹੀ ਪਰਮਾਤਮਾ ਅੱਗੇ, ਬਾਬੇ ਨਾਨਕ ਅੱਗੇ ਇਹੀ ਅਰਦਾਸਾਂ ਦੁਆ ਕਰਦੇ ਆ ਕਿ ਉਸੇ ਰਾਹ ਤੇ ਚੱਲਣ ਦਾ ਬਲ ਹੈ ਜਿਹੜਾ ਉਹ ਦੇਈ ਚੱਲੇ ਪਰਮਾਤਮਾ ਤੇ ਚੱਲਦੇ ਰਹੀਏ। ਬਿਲਕੁਲ, ਅਸੀਂ ਵੀ ਦੁਆ ਕਰਾਂਗੇ ਕਿ ਤੁਹਾਡਾ ਨਵਾਂ ਸਾਲ ਜਿਹੜਾ ਹੈ ਇਸੇ ਤਰ੍ਹਾਂ ਖੁਸ਼ੀਆਂ ਦੇ ਨਾਲ ਤੁਹਾਨੂੰ ਵੈਲਕਮ ਕਰਦਾ ਨਜ਼ਰ ਆਏਗਾ ਔਰ ਸਾਰਾ ਸਾਲ ਖੁਸ਼ੀਆਂ ਨਾਲ ਜਾਂਦਾ ਹੋਇਆ ਨਜ਼ਰ ਆਏ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਅਮਨ ਅਰੋੜਾ ਕੈਬਨਿਟ ਮਿਨਿਸਟਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਕਿਸ ਢੰਗ ਦੇ ਨਾਲ ਇਹਨਾਂ ਦਾ ਮਹਿਕਮਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਹੋਰ ਖੁਸ਼ਹਾਲੀ ਵੱਲ ਨੂੰ ਲੈਂਦਾ ਹੋਇਆ ਨਜ਼ਰ ਆਊਗਾ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ।